ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਿਲਾ ਪੰਜਵਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੇ ਨਿਤ ਪਾਰਚ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਮਾਧਵੇ ਭਜ ਦਿਨ ਨਿਤ ਰੈਣੀ, ਜਨਮ ਪਦਾਰਥ ਜੀਤ ਹਰਿ ਸ਼ਰਣੀ। ਰਹਾਉ ਕਰਤ ਵਿਕਾਰ ਦੋ ਕਰ ਚਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਭਰਨ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਸ਼ਰਨ ਸਮਰਾਥ ਅਗੋਚਰ ਸੁਆਮੀ, ਉਧਾਰ ਨਾਨਕ ਪ੍ਰਭ ਅੰਤਰ ਜਾਮੀ। ਸ਼ਰਨ ਸਮਰਾਥ ਅਗੋਚਰ ਸੁਆਮੀ, ਉਧਾਰ ਨਾਨਕ ਪ੍ਰਭ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਾਲਾ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਦਿਨ ਦੇ ਪਹਿਲੇ ਪਹਿਰ ਦੇ ਸਜੇ ਪਾਵਨ ਦੀਵਾਨ ਤਿਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋਂ ਵਡਭਾਗੇ ਹੋ। ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਰੋਜ਼ਾਨਾ ਮਾਲਕ ਪਾਸੋਂ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਦੇ ਹਾਂ। ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਤਿਨਾਂ ਦੁਆਰਾ ਉਚਾਰਨ ਕੀਤਾ। ਪਾਵਨ ਅੰਗ 743 ਅਤੇ 44 ਤੇ ਸੁਭਾਇਮਾਨ ਹੈ। ਆਓ ਮੁਬਾਰਕ ਬਚਨਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਪ੍ਰਸਨਾ ਕਰੋ ਪਵਿੱਤਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨਿਆਵੀ ਤੌਰ ਤੇ ਦੋ ਉਦਾਹਰਨਾਂ ਪਹਿਲੀ ਉਦਾਹਰਣ ਮਨੁੱਖ ਜੇ ਗੁਆਂਢੀ ਦੀ ਚੀਜ਼ ਲੈ ਕੇ ਆਵੇ ਨਾ ਕੋਈ ਵਰਤਣ ਵਾਸਤੇ, ਉਹਨੂੰ ਪਤਾ ਹੁੰਦਾ ਹੈ ਕਿ ਇਹ ਮੇਰੀ ਨਹੀਂ ਹੈ, ਮੈਂ ਵਾਪਸ ਕਰਨੀ ਹੈ, ਕਿਉਂਕਿ ਇਹ ਪਰਾਈ ਹੈ, ਇਹ ਦੂਜੇ ਦੀ ਹੈ, ਇਹਨੂੰ ਮੈਂ ਆਪਣਾ ਨਹੀਂ ਮੰਨ ਸਕਦਾ। ਦੂਜੀ ਉਦਾਹਰਣ
ਇਨਸਾਨ ਕੋਈ ਵੀ ਨਵੀਂ ਚੀਜ਼ ਲੈ ਕੇ ਆਉਂਦਾ ਹੈ ਜਾਂ ਬਣਾਉਂਦਾ ਹੈ, ਜੇਕਰ ਆਪਾਂ ਕੁਝ ਦਿਨਾਂ ਬਾਅਦ ਜਾਂ ਕੁਝ ਸਾਲਾਂ ਬਾਅਦ ਉਹਨੂੰ ਪੁੱਛੀਏ ਕਿ ਤੁਹਾਡੀ ਇਸ ਚੀਜ਼ ਬਣਾਈ ਨੂੰ ਜਾਂ ਲਿਆਂਦੀ ਨੂੰ ਕਿੰਨਾ ਕੁ ਸਮਾਂ ਹੋ ਗਿਆ ਹੈ, ਤੇ ਮਨੁੱਖ ਦੀ ਜ਼ੁਬਾਨ ਤੋਂ, ਮੁਖ ਤੋਂ ਇੱਕੋ ਗੱਲ ਨਿਕਲਦੀ ਹੈ ਕਿ ਹਾਂ ਇੰਨਾ ਸਮਾਂ ਹੋ ਗਿਆ ਜੀ। ਭਾਵ ਇਹਦਾ, ਜੋ ਮੈਂ ਚੀਜ਼ ਬਣਾਈ ਹੈ, ਜੋ ਚੀਜ਼ ਲਿਆਂਦੀ ਹੈ, ਉਹ ਇੰਨੇ ਸਾਲ ਪੁਰਾਣੀ ਹੋ ਗਈ ਹੈ। ਇਹ ਦੁਨਿਆਵੀ ਉਦਾਹਰਨਾਂ ਨੇ, ਸਾਡੇ ਨਾਲ ਵੀ ਇਹ ਵਰਤੀਆਂ ਹੋਣਗੀਆਂ। ਬਣਾਈ ਹੋਈ ਚੀਜ਼ ਜਾਂ ਫਿਰ ਅਸਲ ਦੇ ਵਿੱਚ ਲਿਆਂਦੀ ਹੋਈ ਚੀਜ਼ ਨੂੰ ਕਦੀ ਵੀ ਅਸੀਂ ਸਾਲ, 2 ਸਾਲ, 5 ਸਾਲ, 10 ਸਾਲ ਬਾਅਦ ਇਹ ਨਹੀਂ ਕਹਿੰਦੇ ਇਹ ਨਵੀਂ ਹੈ, ਅਸੀਂ ਕਹਿੰਦੇ ਪੁਰਾਣੀ ਹੋ ਗਈ। ਉਸੇ ਪ੍ਰਕਾਰ ਲਿਆਂਦੀ ਹੋਈ ਪਰਾਈ ਚੀਜ਼, ਉਹਨੂੰ ਵੀ ਅਸੀਂ ਇਹ ਨਹੀਂ ਕਹਿੰਦੇ ਸਾਡੀ ਹੈ, ਪਰਾਈ ਹੈ ਜੀ, ਅਸੀਂ ਦੇ ਕੇ ਆਉਣੀ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਧਰਮ ਦੀ ਦੁਨੀਆ ਅੰਦਰ ਐਸਾ ਨਹੀਂ। ਇੱਥੇ ਆ ਕੇ ਮਨੁੱਖ ਦੀ ਸਮਝ ਕਿੱਥੇ ਚਲੇ ਜਾਂਦੀ ਹੈ। ਜੇਕਰ ਅਸੀਂ ਕਹੀਏ ਕਿ ਆਪਣੇ ਸਰੀਰ ਨੂੰ ਭਈ ਇਹ ਤੇਰਾ ਨਹੀਂ ਹੈ, ਤੇ ਮਨੁੱਖ ਕਹੇਗਾ ਨਹੀਂ ਮੇਰਾ ਹੈ। ਜੇ ਬੱਚਾ ਅੱਜ ਪੈਦਾ ਹੋਇਆ 10 ਸਾਲ ਬਾਅਦ ਜੇ ਆਪਾਂ ਕਹੀਏ ਕਿ ਅਸਲ ਦੇ ਵਿੱਚ ਇਹਦੀ ਜ਼ਿੰਦਗੀ ਜਿਹੜਾ ਹੈ ਨਾ, ਇਹਦੀ ਜ਼ਿੰਦਗੀ ਵਿੱਚੋਂ 10 ਸਾਲ ਘਟ ਗਏ ਨੇ, 10 ਸਾਲ ਘਟ ਗਏ। ਭਾਵ ਜਿੰਨੀ ਰੱਬ ਨੇ ਦਿੱਤੀ ਹੈ, ਪਤਾ ਨਹੀਂ ਕਿੰਨੀ ਦਿੱਤੀ ਹੈ, ਉਸ ਸਵਾਸਾਂ ਵਿੱਚੋਂ, ਉਸ ਜ਼ਿੰਦਗੀ ਵਿੱਚੋਂ 10 ਸਾਲ ਘਟ ਗਏ, ਭਾਵੇਂ ਪੁਰਾਣਾ ਹੋ ਗਿਆ। ਪਰ ਮਨੁੱਖ ਉਦੋਂ ਵੀ ਇਹ ਗੱਲ ਕਹਿੰਦਾ ਨਹੀਂ। ਆਕਾਰ ਪੱਖੋਂ ਵੱਡਾ ਹੋ ਕੇ ਮਨੁੱਖ ਇਹ ਆਪਣੇ ਅੰਦਰ ਸੋਚ ਕੇ ਬੈਠਾ ਹੋਇਆ ਹੈ ਕਿ ਅਸਲ ਦੇ ਵਿੱਚ ਮੈਂ ਪੁਰਾਣਾ ਨਹੀਂ, ਮੇਰੀ ਜ਼ਿੰਦਗੀ ਘਟੀ ਨਹੀਂ। ਇਸੇ ਪੱਖ ਨੂੰ ਬਾਬਾ ਕਬੀਰ ਜੀ ਕਹਿੰਦੇ, ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਦਿਨ ਦਿਨ ਅਵਧ ਘਟਤ ਹੈ। ਮਾਂ ਕਹਿੰਦੀ ਹੈ ਬੱਚਾ ਮੇਰਾ ਵੱਡਾ ਹੋ ਰਿਹਾ, ਪਰ ਬਾਬਾ ਜੀ ਕਹਿਣ ਲੱਗੇ ਨਹੀਂ ਮਾਂ, ਤੇਰਾ ਖਿਆਲ ਗਲਤ ਹੈ। ਆਕਾਰ ਵੱਡਾ ਹੋਣ ਦਾ ਭਾਵ ਇਹ ਨਹੀਂ ਕਿ ਅਸਲ ਦੇ ਵਿੱਚ ਇਹ ਉਮਰ ਪੱਖੋਂ ਵੀ ਵੱਡਾ ਹੋ ਰਿਹਾ ਹੈ, ਉਮਰ ਪੱਖੋਂ ਇਹ ਘਟ ਰਿਹਾ ਹੈ, ਇਹਦੀ ਉਮਰ ਘਟ ਰਹੀ ਹੈ, ਪਰ ਮਨੁੱਖ ਨਹੀਂ ਸਮਝਦਾ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਦਿਨ ਦਿਨ ਅਵਧ ਘਟਤ ਹੈ। ਅਵਧ ਦਾ ਅਰਥ ਹੈ ਉਮਰ, ਉਮਰ ਘਟ ਰਹੀ ਹੈ। ਮੋਰ ਮੋਰ ਕਰ ਅਦਕ ਲਾਡਤਰ, ਪੇਖਤ ਹੀ ਜਮਰਾਓ ਹਸੈ। ਜਦੋਂ ਮਾਂ ਕਹਿੰਦੀ ਹੈ ਮੇਰਾ, ਇਹ ਮੇਰਾ, ਜਮਰਾਜ ਹੱਸਦਾ ਹੈ ਉਸ ਮਾਂ ਵੱਲੇ ਵੇਖ ਕੇ। ਮਾਂ ਇਹ ਤੇਰਾ ਨਹੀਂ, ਸਮਾਂ ਜਦੋਂ ਪੂਰਾ ਹੋਇਆ ਤੇ ਇਹਨੇ ਚਲੇ ਜਾਣੇ ਸੰਸਾਰ ਤੋਂ। ਭਾਵ ਜੋ ਇੱਕ ਅਸਲੀਅਤ ਹੈ ਸਾਡੀ ਜ਼ਿੰਦਗੀ ਦੀ, ਉਸ ਤੋਂ ਜਿਹੜਾ ਹੈ ਸੰਸਾਰਿਕ ਜੀਵ ਅਣਜਾਣ ਹੈ। ਦੌਲੇ ਸ਼ਾਹ ਨੇ ਵੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਹੀ ਸਵਾਲ ਕੀਤਾ ਸੀ। ਕਹਿਣ ਲੱਗੇ ਤੁਹਾਡੇ ਚਰਨਾਂ ਵਿੱਚ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਚੜ੍ਹਦੀਆਂ ਨੇ, ਮਹਿੰਗੇ ਮਹਿੰਗੇ ਪਦਾਰਥ ਨੇ, 36 ਪ੍ਰਕਾਰ ਦੇ ਭੋਜਨ, ਫਿਰ ਤੁਸੀਂ ਕਿਸ ਪੱਖੋਂ ਸੰਤ ਹੋ, ਕਿਸ ਪੱਖੋਂ ਫਕੀਰ ਹੋ? ਤੁਸੀਂ, ਤੁਹਾਡੇ ਕੋਲ ਧਨ ਦੌਲਤ ਬਹੁਤ ਹੈ, ਸਭ ਕੁਝ ਹੈ, ਮੋਹ ਮਾਇਆ ਦੇ ਵਿੱਚ ਫਸੇ ਹੋਏ ਹੋ, ਫਿਰ ਤੁਸੀਂ ਆਪਣੇ ਆਪ ਨੂੰ ਕਿਵੇਂ ਫਕੀਰ ਕਹਿ ਰਹੇ ਹੋ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨੂੰ ਇੱਕ ਦਰਿਆ ਦੇ ਕੰਢੇ ਤੇ ਲੈ ਗਏ।
ਤੇ ਉੱਥੇ ਕੀ ਵੇਖਿਆ, ਕੁਝ ਬੱਚੇ, ਸ਼ਾਇਦ ਇਹ ਖੇਡ ਬਚਪਨ ਵਿੱਚ ਆਪ ਨੇ ਵੀ ਖੇਡੀ ਹੋਵੇ, ਉਹ ਰੇਤ ਦੇ ਵਿੱਚ ਜਿਹੜਾ ਬਹਿ ਕੇ ਤੇ ਰੇਤ ਦਾ ਘਰ ਬਣਾ ਰਹੇ ਨੇ ਬੱਚੇ। ਕਦੀ ਬਣਾਉਂਦੇ ਨੇ, ਕਦੀ ਤੋੜ ਦਿੰਦੇ ਨੇ, ਫਿਰ ਬਣਾਉਂਦੇ ਨੇ, ਫਿਰ ਤੋੜ ਦਿੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੌਲੇ ਸ਼ਾਹ ਨੂੰ ਕਹਿੰਦੇ, ਦੌਲੇ ਸ਼ਾਹ ਜਰਾ ਵੇਖਾਂ, ਬੱਚਿਆਂ ਦੇ ਅੰਦਰ ਜਿਹੜਾ ਹੈ ਬਣਾਉਣ ਲੱਗਿਆਂ ਵੀ ਚਾਅ ਉਨਾ ਹੀ ਹੈ ਤੇ ਤੋੜਨ ਲੱਗਿਆਂ ਵੀ ਚਾਅ ਉਨਾ ਹੀ ਹੈ, ਕੋਈ ਦੁੱਖ ਨਹੀਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਬੱਚਾ ਇੱਥੇ ਖੇਡ ਰਿਹਾ ਹੈ ਨਾ, ਰੇਤ ਦਾ ਘਰ ਬਣਾ ਰਿਹਾ ਹੈ, ਢਾਹ ਰਿਹਾ ਹੈ, ਫਿਰ ਬਣਾ ਰਿਹਾ ਹੈ, ਢਾਹ ਰਿਹਾ ਹੈ। ਅਖੀਰ ਅੰਤ ਨੂੰ ਜਦੋਂ ਉਹ ਘਰੇ ਜਾਏਗਾ ਤੇ ਉਹ ਫਿਰ ਬਣਾਏ ਹੋਏ ਘਰ ਨੂੰ ਲੱਤ ਮਾਰ ਕੇ ਤੋੜ ਕੇ ਜਿਹੜਾ ਫਿਰ ਚਲਾ ਜਾਏਗਾ, ਉਹਦੇ ਮਨ ਦੇ ਵਿੱਚ ਇਹ ਨਹੀਂ ਆਏਗਾ ਮੈਂ ਘਰ ਬਣਾਇਆ ਤੇ ਮੈਂ ਤੋੜ ਕੇ ਚੱਲਿਆ। ਸਤਿਗੁਰੂ ਜੀ ਕਹਿੰਦੇ ਆਪਣੀ ਜ਼ਿੰਦਗੀ ਏਦਾਂ ਬਣਾ ਲਓ। ਤੁਹਾਡੇ ਅੰਦਰ ਇਹ ਸਵਾਲ ਉੱਠੇ ਗਏ ਨੇ, ਭਾਵ ਜੋ ਬਣਿਆ ਹੈ ਉਹਨੇ ਨਾਸ਼ ਹੋਣਾ ਹੈ, ਜੋ ਪੈਦਾ ਹੋਇਆ ਹੈ ਉਹਨੇ ਇਸ ਸੰਸਾਰ ਤੋਂ ਜਾਣਾ ਹੈ। ਤੇ ਜਦੋਂ ਇਹ ਖਿਆਲ ਅਸਲ ਦੇ ਵਿੱਚ ਆਪਣੇ ਅੰਦਰ ਹੋਏਗਾ ਤੇ ਮਾਲਕ ਕਹਿਣ ਲੱਗੇ ਫਿਰ ਅਸੀਂ ਇਹ ਸੰਸਾਰ ਦੇ ਵਿੱਚ ਪਦਾਰਥਾਂ ਵਿੱਚ ਰਹਿੰਦੇ ਹੋਏ ਫਿਰ ਪਦਾਰਥਾਂ ਤੋਂ ਨਿਰਲੇਪ ਹੋ ਜਾਵਾਂਗੇ। ਇਸ ਕਰਕੇ ਗੁਰੂ ਬਾਬਾ ਜੀ ਸਮਝਾਉਂਦੇ ਨੇ ਅੱਜ, ਬਹਿਤੀ ਜਾਤ ਕਦੀ ਦ੍ਰਿਸ਼ਟ ਨਾ ਧਾਰਤ। ਆ ਜ਼ਿੰਦਗੀ ਦੀ ਜਿਹੜੀ ਨਦੀ ਹੈ ਨਾ, ਇਹ ਵਹਿੰਦੀ ਜਾ ਰਹੀ ਹੈ, ਕਿਉਂਕਿ ਨਦੀ ਦਾ ਸੁਭਾਅ ਇਹ ਰੁਕਦੀ ਨਹੀਂ ਕਿਤੇ, ਜਿੰਨਾ ਮਰਜ਼ੀ ਤੁਸੀਂ ਬੰਨ ਲਓ ਨਾ, ਉਹਨੇ ਆਪਣਾ ਰਸਤਾ ਕੱਢ ਹੀ ਲੈਣਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਜ਼ਿੰਦਗੀ, ਇਹ ਉਮਰ ਰੂਪ ਜਿਹੜੀ ਨਦੀ ਹੈ ਨਾ, ਇਹ ਵਹਿੰਦੀ ਜਾ ਰਹੀ ਹੈ, ਕਦੇ ਦ੍ਰਿਸ਼ਟ ਨਾ ਧਾਰਤ। ਪਰ ਇਨਸਾਨ, ਇਹ ਜੀਵ ਜਿਹੜਾ ਹੈ, ਇਹਦੇ ਵੱਲੇ ਧਿਆਨ ਨਹੀਂ ਦਿੰਦਾ ਕਿ ਮੇਰੀ ਜ਼ਿੰਦਗੀ ਗੁਜ਼ਰ ਰਹੀ ਹੈ, ਜਾ ਰਹੀ ਹੈ। ਨਿਕਲਿਆ ਹੋਇਆ ਸਵਾਸ ਵਾਪਸ ਥੋੜੀ ਆਏਗਾ। ਮਿਥਿਆ ਮੋਹ ਬੰਧੈ ਨਿਤ ਪਾਰਚ। ਨਾਸ਼ਵੰਤ ਪਦਾਰਥ ਜਿਹੜੇ ਨੇ, ਝੂਠੇ ਪਦਾਰਥ, ਉਹਨਾਂ ਦੇ ਅੰਬਾਰ ਜਿਹੜਾ ਨੇ ਬੰਨ ਰਿਹਾ ਹੈ, ਇਕੱਠੇ ਕਰ ਰਿਹਾ ਹੈ, ਉਹਦੇ ਵਿੱਚ ਹੀ ਪਰਚਿਆ ਹੋਇਆ, ਉਹਦੇ ਵਿੱਚ ਹੀ ਲੱਗਾ ਹੋਇਆ, ਮੈਂ ਇਕੱਠੇ ਕਰ ਲਵਾਂ। ਤਿੰਨ ਪਦਾਰਥ ਜਿਹੜੇ ਨਾਸ਼ਵੰਤ ਨੇ, ਉਹਨਾਂ ਨੂੰ ਇਕੱਠਿਆਂ ਕਰਦਿਆਂ ਹੋਇਆਂ ਇਹ ਜਿਹੜੀ ਨਦੀ ਵਹਿ ਰਹੀ ਹੈ ਨਾ ਉਮਰ ਦੀ, ਸਵਾਸਾਂ ਦੀ, ਇਹਦੇ ਵੱਲੇ ਮਨੁੱਖ ਫਿਰ ਜਿਹੜਾ ਹੈ ਧਿਆਨ ਹੀ ਨਹੀਂ ਦੇ ਪਾਉਂਦਾ, ਰੁੱਝਾ ਰਹਿੰਦਾ ਹੈ। ਮਾਧਵੇ ਭਜ ਦਿਨ ਨਿਤ ਰਹਿਣੀ। ਰੱਬ ਨੂੰ ਧਿਆ ਦਿਨ ਰਾਤ, ਪਰਮਾਤਮਾ ਦੀ ਸਿਫਤੋ ਸਲਾਹ ਕਰਿਆ ਕਰ। ਜਨਮ ਪਦਾਰਥ ਜੀਤ ਹਰ ਸ਼ਰਣੀ। ਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਰਹਿ ਕੇ ਇਸ ਮਨੁੱਖਾ ਦੇਹ ਨੂੰ ਸਫਲ ਬਣਾ ਲੈ, ਇਸ ਮਨੁੱਖਾ ਦੇਹ ਨੂੰ ਜਿੱਤ ਕੇ ਜਾ, ਸੁਰਖਰੂ ਹੋ ਕੇ ਜਾ, ਆਵਾਗਮਨ ਮਿਟ ਜਾਏਗਾ। ਰਹਾਉ ਕਰਤ ਵਿਕਾਰ ਦੋ ਕਰ ਝਾਰਤ। ਸਤਿਗੁਰੂ ਜੀ ਕਹਿੰਦੇ ਵਿਕਾਰ ਕਰਦਾ ਹੈ, ਸਾਰੀ ਜ਼ਿੰਦਗੀ ਵਿਕਾਰਾਂ ਦੇ ਵਿੱਚ ਹੀ ਪਿਆ ਰਿਹਾ। ਅਖੀਰ ਫਿਰ ਜਿਹੜਾ ਹੈ ਜਦੋਂ ਇਸ ਸੰਸਾਰ ਤੋਂ ਚੱਲਿਆ ਤੇ ਹੱਥ ਝਾੜ ਕੇ ਤੁਰ ਪਿਆ, ਖਾਲੀ ਹੱਥ, ਕੁਛ ਵੀ ਨਹੀਂ ਕੋਲ ਹੈ। ਇਦਾਂ ਭਾਵ ਅਰਥ ਇਹ ਹੈ, ਜੋ ਸ਼ੁਭ ਗੁਣ ਸਾਡੇ ਨਾਲ ਨਿਭਣੇ ਸਨ, ਵਾਹਿਗੁਰੂ ਦਾ ਨਾਮ ਨਿਭਣਾ ਸੀ ਸਾਡੇ ਨਾਲ, ਉਹ ਵੀ ਸਾਡੇ ਕੋਲ ਨਹੀਂ ਹੈਗਾ, ਖਾਲੀ ਹੱਥ। ਚੰਗਾ ਕਰਮ ਸਾਡੇ ਨਾਲ ਨਹੀਂ ਨਿਭਿਆ। ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਪਰਮਾਤਮਾ ਦਾ ਰਤਨ ਰੂਪੀ ਜਿਹੜਾ ਕੀਮਤੀ ਨਾਮ ਹੈ ਨਾ, ਤਿਲ ਮਾਤਰ ਵੀ ਆਪਣੇ ਹਿਰਦੇ ਵਿੱਚ ਇਹਨੇ ਵਸਾਇਆ ਹੀ ਨਹੀਂ। ਭਰਨ ਪੋਖਣ ਸੰਗ ਔਧ ਬਿਹਾਣੀ। ਪਦਾਰਥਾਂ ਨੂੰ ਭਰ ਲਵਾਂ, ਇਕੱਠੇ ਕਰ ਲਵਾਂ, ਆਪਣੀ ਪਾਲਣਾ ਪੋਸ਼ਣ ਕਰ ਲਵਾਂ। ਸਤਿਗੁਰੂ ਜੀ ਕਹਿੰਦੇ ਸਾਰੀ ਜ਼ਿੰਦਗੀ ਬਸ ਇਹਦੇ ਵਿੱਚ ਹੀ ਕੱਢ ਦਿੱਤੀ ਮਨੁੱਖ ਨੇ। ਮਾਲਕ ਇਹ ਨਹੀਂ ਕਹਿ ਰਹੇ ਕਿ ਕਮਾਓ ਨਾ,
ਪਦਾਰਥ ਨਾ ਲਿਆਓ। ਸਤਿਗੁਰੂ ਜੀ ਦਾ ਇਸ਼ਾਰਾ ਇਹ ਹੈ ਕਿ ਭਾਈ ਸਾਰੀ ਜ਼ਿੰਦਗੀ ਆਪਣੀ ਜਿਹੜੀ ਹੈ ਨਾ ਇਹਦੇ ਵਿੱਚ ਹੀ ਨਾ ਕੱਢ ਦਿਓ। ਖਾ ਲਿਆ ਤੇ ਹੰਡਾ ਲਿਆ ਬਸ ਇਹਦੇ ਵਿੱਚ। ਭਰਨ ਭੁਖਣ ਸੰਗ ਔਧ ਬਿਹਾਣੀ, ਔਧ ਦਾ ਅਰਥ ਹੈ ਉਮਰ, ਬਿਹਾਣੀ ਦਾ ਅਰਥ ਹੈ ਗੁਜ਼ਾਰ ਦਿੱਤੀ। ਇਸੇ ਵਿੱਚ ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਅਸਲ ਦੇ ਵਿੱਚ ਪਰਮਾਤਮਾ ਜੀ ਦੀ ਸਦਾ ਹੀ ਜੈ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕਦਰ ਜਾਣੀ ਨਹੀਂ ਕਦੀ ਇਹਨੇ। ਸ਼ਰਨ ਸਮਰੱਥ ਅਗੋਚਰ ਸੁਆਮੀ, ਇਸ ਕਰਕੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਿਹੜਾ ਸਮਰੱਥ ਹੈ। ਅਗੋਚਰ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਤੇ ਤਰਲਾ ਲੈ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਹੈ। ਉਧਰ ਨਾਨਕ ਪ੍ਰਭ ਅੰਤਰ ਜਾਮੀ, ਉਧਰ ਦਾ ਅਰਥ ਬਚਾ ਲੈ। ਹੇ ਦਿਲਾਂ ਦੀਆਂ ਜਾਣਨ ਵਾਲੇ ਪਰਮਾਤਮਾ ਗੁਰੂ ਜੀ, ਆਪ ਤਰਸ ਕਰੋ, ਕਿਰਪਾ ਕਰੋ, ਵਿਕਾਰਾਂ ਵਿੱਚੋਂ ਡਿੱਗਣੋਂ ਸਾਨੂੰ ਬਚਾ ਲਓ। ਭਵ ਸਾਗਰ ਦੇ ਵਿੱਚ ਡੁੱਬ ਰਹੇ ਹਾਂ, ਆਪ ਰਹਿਮਤ ਕਰਕੇ ਸਾਨੂੰ ਬਚਾ ਲਓ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਬਚਣ ਦਾ ਇੱਕੋ ਇੱਕ ਹੀ ਤਰੀਕਾ ਹੈ, ਉਹ ਹੈ ਅਕਾਲ ਪੁਰਖ ਦਾ ਨਾਮ, ਜੋ ਕਿ ਦਿਨ ਰਾਤ ਜਿਹੜਾ ਹੈ ਭੈ ਭਾਵਨੀ ਦੇ ਵਿੱਚ ਜਪਿਆ ਕਰ, ਤੇ ਲੋਕ ਵੀ ਸੁਖੀ ਹੋਏਗਾ ਤੇ ਪਰਲੋਕ ਵੀ ਸੇਲਾ ਹੋਏਗਾ। ਇਸ ਲਈ ਮੇਰੇ ਮਾਲਕ ਕਹਿਣ ਲੱਗੇ ਪਦਾਰਥਾਂ ਦਾ ਮੋਹ ਨਾ ਪਾਲ ਕੇ, ਪਦਾਰਥਾਂ ਨੂੰ ਕੇਵਲ ਗੁਜਰਾਨ ਸਮਝ ਕੇ ਜਦੋਂ ਇਹ ਸੰਸਾਰ ਦੇ ਅੰਦਰ ਚੱਲੇਗਾ, ਨਾਸ਼ਵੰਤ ਪਦਾਰਥਾਂ ਨੂੰ ਨਾਸ਼ਵੰਤ ਸਮਝੇਗਾ, ਆਪਣੇ ਆਪ ਨੂੰ ਵੀ ਨਾਸ਼ ਸਮਝੇਗਾ ਕਿ ਇੱਕ ਨਾ ਇੱਕ ਦਿਨ ਜਾਣਾ ਹੈ। ਕਿਰਾਏ ਦੇ ਘਰ ਵਿੱਚ ਹੈਗੇ ਹਾਂ ਅਸੀਂ, ਤੇ ਸਦੀਵ ਵੀ ਆਪਣਾ ਕਹਿ ਲਓ ਕਿ ਅਸੀਂ ਜਿਹੜਾ ਹੈ ਆਪਣਾ ਇਹ ਕਿਰਾਏ ਦਾ ਘਰ ਆਪਣਾ ਨਹੀਂ ਮੰਨ ਸਕਦੇ। ਅਖੀਰ ਇੱਕ ਨਾ ਇੱਕ ਦਿਨ ਜਾਣਾ ਪਏਗਾ। ਇਸ ਲਈ ਮੇਰੇ ਮਾਲਕ ਕਹਿਣ ਲੱਗੇ ਇਸ ਮਨੁੱਖਾ ਦੇਹ ਨੂੰ ਸਫਲ ਬਣਾਉਣ ਵਾਸਤੇ ਅਕਾਲ ਪੁਰਖ ਦਾ ਸਿਮਰਨ ਕਰ, ਜਿੰਨਾ ਹੋ ਸਕਦਾ ਹੈ ਕਰਿਆ ਕਰ, ਤੇਰੀ ਦੇਹੀ ਸਫਲ ਹੋ ਜਾਏਗੀ। ਗੁਰੂ ਰਹਿਮਤ ਕਰੇ, ਬਚਨ ਹਿਰਦਿਆਂ ਵਿੱਚ ਵਸਣ ਜੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।